प्यारे विद्यार्थियों, +2 पोलिटिकल साइंस का ਆਪਾਂ ਟੌਪਿਕ ਜਿਹੜਾ ਅੱਜ ਡਿਸਕਸ ਕਰਨਾ ਮੈਂ ਉਹ ਟੌਪਿਕ ਦਾ ਨਾਮ ਹੈ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਤੇ ਚੁਣੌਤੀਆਂ। ਇਹ ਟੌਪਿਕ ਬੀ ਭਾਗ ਦਾ ਟੌਪਿਕ ਹੈਗਾ ਤੇ ਸਭ ਤੋਂ ਪਹਿਲੇ ਇਹ ਵੀ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਕਰਨ ਤੋਂ ਪਹਿਲੇ ਇਹ ਵੀ ਲੋਕਤੰਤਰ ਕੀ ਚੀਜ਼ ਹੈ। ਲੋਕਤੰਤਰ ਜਿਵੇਂ ਕਿ ਅਬਰਾਹਮ ਲਿੰਕਨ ਦੀ ਵਿਸ਼ਵ ਪ੍ਰਸਿੱਧ ਡੈਫੀਨੇਸ਼ਨ ਹੈ, ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ ਸਰਕਾਰ ਹੈ। ਸੋ ਭਾਰਤ ਨੇ ਵੀ ਆਜ਼ਾਦੀ ਤੋਂ ਬਾਅਦ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤੇ 26 ਜਨਵਰੀ 1950 ਨੂੰ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਤੇ ਭਾਰਤ ਨੇ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਉਣਾ ਸਹੀ ਸਮਝਿਆ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਦੀਆਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਲੋੜਾਂ ਨੂੰ ਮੁੱਖ ਰੱਖ ਕੇ ਲੋਕਤੰਤਰੀ ਪ੍ਰਣਾਲੀ ਜਿਹੜੀ ਹੈ ਉਹ ਅਪਣਾਈ ਤੇ 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਸਾਡਾ ਲਾਗੂ ਹੋਇਆ ਉਹਦੇ 'ਚ ਲੋਕਤੰਤਰ, ਅਸਲੀਅਤ ਲੋਕਤੰਤਰ ਦੀ ਸਥਾਪਨਾ ਕੀਤੀ ਗਈ। ਸਮਾਨਤਾ, ਤਾਂ ਕਿ ਸਾਰੇ ਨਾਗਰਿਕ ਜਿਹੜੇ ਨੇ ਉਹ ਰੰਗ, ਭੇਦ, ਨਸਲ ਦੇ ਆਧਾਰ 'ਤੇ ਵਿਤਕਰਾ ਨਾ ਹੋਏ, ਸਾਰਿਆਂ ਨੂੰ ਸਮਾਨਤਾ ਮਿਲੇ। ਸਮਾਨਤਾ, ਸੁਤੰਤਰਤਾ, ਨਾਗਰਿਕ ਇੱਧਰ ਉੱਧਰ ਜਿੱਧਰ ਮਰਜ਼ੀ ਜਾ ਸਕਣ, ਆਪਣੀ ਮਨਮਰਜ਼ੀ ਦਾ ਧੰਦਾ ਕਰ ਸਕਣ। ਭਰਾਤਰੀ ਭਾਵ, ਸਾਰੇ ਮਿਲ ਜੁਲ ਕੇ ਰਹਿਣ, ਕਿਉਂਕਿ ਭਾਰਤ ਜਿਹੜਾ ਡਾਈਵਰਸ ਸਟੇਟ ਹੈ, ਵੰਨ ਸਵੰਨੇ ਹਰ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਨੇ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖ-ਵੱਖ ਧਰਮਾਂ ਦੇ, ਜਾਤਾਂ ਦੇ, ਮਨ ਪਰਚਾਵੇ ਦੇ ਸਾਧਨ, ਜਿਹੜੇ ਲੋਕਾਂ ਦੇ ਸਾਧਨ ਅਲੱਗ-ਅਲੱਗ ਨੇ, ਰੀਤੀ ਰਿਵਾਜ ਅਲੱਗ-ਅਲੱਗ ਨੇ। ਕਾਨੂੰਨ ਦਾ ਸ਼ਾਸਨ ਸੰਵਿਧਾਨ ਨੇ ਲਾਗੂ ਕੀਤਾ। ਰੂਲ ਆਫ ਲਾ ਭਾਵ ਸਾਰੇ ਦੇਸ਼ ਦੇ ਨਾਗਰਿਕਾਂ ਲਈ ਜਿਹੜਾ ਕਾਨੂੰਨ ਹੈ ਉਹ ਇੱਕੋ ਜਿਹਾ ਹੈ। ਕਾਨੂੰਨ ਦੀਆਂ ਨਜ਼ਰਾਂ 'ਚ ਸਾਰੇ ਨਾਗਰਿਕ ਸਮਾਨ ਹਨ। ਸੋ ਮੌਲਿਕ ਅਧਿਕਾਰ ਦਿੱਤੇ, 6 ਮੌਲਿਕ ਅਧਿਕਾਰ ਤੁਹਾਨੂੰ ਪਤਾ ਹੁਣ ਸਾਨੂੰ ਮਿਲੇ ਹੋਏ ਨੇ। ਸੁਤੰਤਰ ਨਿਆਂਪਾਲਿਕਾ ਜਿਹੜੀ ਨਿਰਪੱਖ ਰਹਿ ਕੇ ਤੇ ਬਿਲਕੁਲ ਸੁਤੰਤਰ, ਸਰਕਾਰ ਦੇ ਪ੍ਰਭਾਵ ਤੋਂ ਵੀ ਅਲੱਗ ਰਹਿ ਕੇ ਵੱਖਰੇ ਤੌਰ 'ਤੇ ਨਿਆਂ ਕਰਦੀ ਹੈ। ਨਿਆਂਪਾਲਿਕਾ, ਸੁਤੰਤਰ ਨਿਆਂਪਾਲਿਕਾ ਭਾਰਤ 'ਚ। ਫਿਰ ਧਰਮ ਨਿਰਪੱਖਤਾ ਹੈਗੀ ਹੈ, ਭਾਰਤ ਦਾ ਆਪਣਾ ਕੋਈ ਧਰਮ ਨਹੀਂ ਤੇ ਸਾਰੇ ਧਰਮਾਂ ਨੂੰ ਬਰਾਬਰ ਮਾਨਤਾ ਦਿੰਦਾ। ਇਹ ਸਾਰੀਆਂ ਚੀਜ਼ਾਂ ਭਾਰਤ ਦੇ ਸੰਵਿਧਾਨ 'ਚ ਵਿੱਚ ਹੀ ਬਣਾ ਦਿੱਤੀਆਂ ਗਈਆਂ ਤੇ ਉਸੇ 'ਤੇ ਚਲਦਿਆਂ ਦੇਸ਼ ਜਿਹੜਾ ਵਾ ਅੱਜ ਲਗਭਗ 70 ਸਾਲ ਹੋ ਗਿਆ ਸੰਵਿਧਾਨ ਲਾਗੂ ਹੋਏ ਨੂੰ ਤੇ ਉਸੇ ਅਨੁਸਾਰ ਜਿਹੜਾ ਦੇਸ਼ ਹੈ ਜਿਹੜਾ ਬਹੁਤ ਵਧੀਆ ਚੱਲ ਰਿਹਾ ਵਾ। ਤੇ ਲੋਕਤੰਤਰ, ਸਾਡੇ ਦੇਸ਼ ਦਾ ਲੋਕਤੰਤਰ ਸੰਸਾਰ ਵਿੱਚ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈਗਾ ਵੀ ਹੈ। ਪਰ ਲੋਕਤੰਤਰ ਦੀ ਸਫਲਤਾ ਤੇ ਅਸਫਲਤਾ ਨਿਰਭਰ ਕਰਦੀ ਹੈ ਲੋਕਾਂ ਦੇ ਇੱਛਾਵਾਂ 'ਤੇ, ਲੋਕ ਕਿਵੇਂ ਉਸ ਪ੍ਰਣਾਲੀ ਨੂੰ ਅਪਣਾਉਂਦੇ ਨੇ। ਜਿਵੇਂ ਸਮਾਜਿਕ ਅਤੇ ਆਰਥਿਕ ਹਾਲਾਤਾਂ ਕਿਹੋ ਜਿਹੀਆਂ ਨੇ, ਰਾਜਨੀਤਿਕ ਲੋਕਾਂ ਦੀ ਪਹੁੰਚ ਕਿਹੋ ਜਿਹੀ ਹੈ, ਅਤੇ ਉਹ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਦੇ ਬਾਰੇ ਆਪਾਂ ਜ਼ਿਕਰ ਕਰਾਂਗੇ। ਉਹ ਇਹ ਸਮੱਸਿਆਵਾਂ ਇਹਦੇ 'ਚ ਆ ਚੁੱਕੀਆਂ ਨੇ ਅਤੇ ਆਪਾਂ ਹੁਣ ਇੱਕ ਇੱਕ ਕਰਕੇ ਦੇਸ਼ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਵਿਚਾਰ ਕਰਾਂਗੇ। ਸੋ ਜਿਹੜੀਆਂ ਭਾਰਤ ਦੀਆਂ ਮੁੱਖ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਇੱਕ ਇੱਕ ਸਮੱਸਿਆ ਨੂੰ ਆਪਾਂ ਲੈ ਕੇ, ਚੁਣੌਤੀ ਲੈ ਕੇ ਡਿਸਕਸ ਕਰਾਂਗੇ। ਸਭ ਤੋਂ ਜਿਹੜੀ ਮੇਜਰ, ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਉਹ ਭਾਰਤ ਦੀ ਉਹ ਸਮਾਜਿਕ ਅਤੇ ਆਰਥਿਕ ਅਸਮਾਨਤਾ ਹੈ। ਇਹਦਾ ਅਰਥ ਇਹ ਹੈ ਵੀ ਅਮੀਰ ਅਤੇ ਗਰੀਬ ਦੇ ਵਿੱਚ ਫਰਕ ਬਹੁਤ ਹੈ, ਪਾੜਾ ਬਹੁਤ ਹੈ। ਅਮੀਰ ਹੋਰ ਅਮੀਰ ਹੋ ਰਿਹਾ ਅਤੇ ਗਰੀਬ ਹੋਰ ਗਰੀਬ ਹੋ ਰਿਹਾ। ਦੇਸ਼ ਦਾ ਸਿਸਟਮ ਐਸਾ ਚੱਲ ਗਿਆ ਵੀ ਅਮੀਰ ਲੋਕਾਂ 'ਤੇ ਟੈਕਸ ਬਹੁਤ ਲੱਗਦਾ ਰਿਹਾ, ਫਿਰ ਵੀ ਅਮੀਰ ਅਤੇ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਵੱਧ ਗਿਆ। 95% ਲੋਕਾਂ ਕੋਲ ਆਮਦਨ ਦੇ ਸਾਧਨ ਜਿਹੜੇ ਨੇ ਉਹ ਬਹੁਤ ਘੱਟ ਨੇ, ਬਹੁਤ ਜ਼ਿਆਦਾ ਸੰਪਤੀ 5% ਲੋਕਾਂ ਕੋਲ ਹੀ ਸੰਕੁਚਿਤ ਹੋ ਕੇ ਰਹਿ ਗਏ। ਅਮੀਰ ਔਰ ਇਹਦੇ ਨਾਲ ਕੀ ਹੋ ਗਿਆ? ਇਹਦੇ ਨਾਲ ਇਹ ਹੋ ਗਿਆ ਵੀ ਜਿਹੜੇ ਪੂੰਜੀਪਤੀ ਨੇ ਉਹੀ ਕੇਵਲ ਹੁਣ ਦੀ ਜਿਹੜੀ 17ਵੀਂ ਲੋਕ ਸਭਾ ਬਣੀ ਹੈ ਉਹਦੇ ਵਿੱਚ ਵੀ 70% ਤੋਂ ਅਬਾਵ ਲੋਕ ਨੇ ਜਿਹੜੇ ਉਹ ਕਰੋੜਪਤੀ ਨੇ ਜਾਂ ਅਰਬਪਤੀ ਨੇ। ਇਹਦਾ ਅਰਥ ਇਹ ਹੋਇਆ ਵੀ ਕੇਵਲ ਅਮੀਰ ਵਿਅਕਤੀ, ਪੂੰਜੀਪਤੀ ਵਿਅਕਤੀ ਹੀ ਸੰਸਦ ਜਾਂ ਲੋਕ ਸਭਾ ਜਾਂ ਵਿਧਾਨ ਸਭਾਵਾਂ ਵਿੱਚ ਚੁਣ ਕੇ ਜਾ ਰਹੇ ਨੇ। ਆਮ ਵਿਅਕਤੀ ਦੀ ਪਹੁੰਚ ਇਹਨਾਂ ਚੀਜ਼ਾਂ ਤੱਕ ਬਹੁਤ ਘੱਟ ਹੈ, ਇਹ ਬੜੀ ਵੱਡੀ ਚੁਣੌਤੀ ਹੈ। ਫਿਰ ਗਰੀਬ ਵਿਅਕਤੀ ਨੂੰ ਅਜੇ ਤੱਕ ਤੇ ਦੇਸ਼ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਨਹੀਂ, ਨਾ ਉਹਨੂੰ ਵੋਟ ਪਾਉਣ ਵਿੱਚ ਕੋਈ ਦਿਲਚਸਪੀ ਦਿਖਾਈ ਦਿੰਦੀ ਹੈ। ਇੰਝ ਲੱਗਦਾ ਵੀ ਜਿਵੇਂ ਉਹਦਾ ਲੋਕਤੰਤਰ ਵਿੱਚ ਭਰੋਸਾ ਨਹੀਂ ਹੈ। ਇਹ ਬਹੁਤ ਵੱਡੀ ਸਮੱਸਿਆ ਹੈ। ਅੱਜ ਵੀ 60% ਲੋਕ ਜਿਹੜੇ ਨੇ, 60-65% ਲੋਕ ਹੀ ਆਪਣੀ ਵੋਟ ਦੀ ਵਰਤੋਂ ਕਰਦੇ ਨੇ। 35-40% ਲੋਕ ਅੱਜ ਵੀ ਆਪਣੀ ਵੋਟ ਦੀ ਵਰਤੋਂ ਨਹੀਂ ਕਰਦੇ। ਸੋ ਇਹ ਸਾਰਾ ਇਸ ਕਰਕੇ ਹੈ ਵੀ ਸਮਾਜਿਕ ਅਤੇ ਆਰਥਿਕ ਪਾੜਾ ਬਹੁਤ ਜ਼ਿਆਦਾ ਹੈ। ਫਿਰ ਵੀ ਸਾਡੇ ਦੇਸ਼ 'ਚ ਅਜੇ ਵੀ
ਜਾਤ ਪਾਤ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਵਿਤਕਰਾ ਵਾ। ਆਏ ਰੋਜ਼ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿੱਥੇ ਲੱਗਦਾ ਵਾ ਕਿ ਸਮਾਜਿਕ ਤਾਣਾ ਬਾਣਾ ਅਜੇ ਵੀ ਜਿਹੜਾ ਉਹ ਬਹੁਤ ਪੁਰਾਣਾ ਹੈ। ਲੋਕ ਜਿਹੜੇ ਨੇ ਬਹੁਤ ਕਾਮਨ ਤੇ ਨਹੀਂ, ਪਰ ਸਮਾਜਿਕ ਜਿਹੜਾ ਵਿਤਕਰਾ ਵਾ ਉਹ ਬਹੁਤ ਜ਼ਿਆਦਾ ਹੈ। ਤੇ ਆਰਥਿਕ ਪਾੜਾ ਜਿਹੜਾ ਉਹ ਤੇ ਕੁਦਰਤੀ ਤੌਰ ਤੇ ਸਾਡੇ ਲੋਕਤੰਤਰ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਬਣ ਕੇ ਖੜਾ ਹੈ। ਦੂਜੀ ਸਮੱਸਿਆ ਜਿਹੜੀ ਸਾਡੇ ਦੇਸ਼ ਦੇ ਸਾਹਮਣੇ ਆ ਰਹੀ ਹੈ, ਅੱਜ ਤੱਕ ਉਹ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੀ, ਉਹ ਹੈ ਅਨਪੜ੍ਹਤਾ। ਅਨਪੜ੍ਹਤਾ ਜਦੋਂ ਕਿ ਹੁਣ 2009 'ਚ RTE ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਬਣ ਚੁੱਕਾ ਹੈ 6ਵੀਂ ਤੋਂ 8ਵੀਂ ਤੱਕ। ਤੇ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਵੀ ਹਰੇਕ ਵਿਅਕਤੀ ਨੂੰ ਸਿੱਖਿਆ ਮਿਲ ਜੇ, ਤਾਂ ਵੀ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਨਪੜ੍ਹ ਨੇ। 36% ਜਨਸੰਖਿਆ ਅਜੇ ਵੀ ਅਨਪੜ੍ਹ ਹੈ, ਜਿਹੜੀ ਪੜ੍ਹ ਲਿਖ ਨਹੀਂ ਸਕਦੀ। ਅਨਪੜ੍ਹਤਾ ਜਿਹੜੀ ਹੈ ਲੋਕਤੰਤਰ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ ਤੇ ਇੱਕ ਸਮੱਸਿਆ ਤੇ ਚੁਣੌਤੀ ਬਣ ਕੇ ਸਾਹਮਣੇ ਖੜੀ ਹੋ ਜਾਂਦੀ ਹੈ। ਅਨਪੜ੍ਹ ਵਿਅਕਤੀ ਜਿਹੜਾ ਹੈ ਉਹ ਗੁੰਮਰਾਹ ਬੜੇ ਆਸਾਨੀ ਨਾਲ ਹੋ ਜਾਂਦਾ। ਉਹ ਆਪਣੀ ਜਿਹੜੀ ਸਮੱਸਿਆ ਵਾ ਉਹਦਾ ਹੱਲ ਨਹੀਂ ਕਰ ਪਾਉਂਦਾ, ਨਾ ਸਮਝ ਪਾਉਂਦਾ, ਲਾਰੇ ਲੱਪਿਆਂ 'ਚ ਤੇ ਝੂਠੇ ਵਿਚਾਰਾਂ ਦੇ ਵਿੱਚ ਉਹ ਫਸ ਜਾਂਦਾ ਵਾ। ਉਹਨੂੰ ਗੁੰਮਰਾਹ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ। ਫਿਰ ਉਹਦੇ ਵਿਚਾਰ ਜਿਹੜੇ ਨੇ ਉਹ ਸੁਧਰਦੇ ਨਹੀਂ, ਰੂੜੀਵਾਦੀ ਵਿਚਾਰਾਂ 'ਚ ਰਹਿੰਦਾ ਵਾ ਤੇ ਭਾਗਵਾਦੀ ਬਣ ਜਾਂਦਾ ਹੈ। ਸਮੱਸਿਆ ਨੂੰ ਉਹ ਸਮਝ ਨਹੀਂ ਸਕਦਾ, ਇਸ ਕਰਕੇ ਉਹ ਸੋਚਦਾ ਇਹ ਮੇਰੇ ਭਾਗਾਂ 'ਚ ਸੀਗਾ। ਸੋ ਇਸ ਕਰਕੇ ਅਨਪੜ੍ਹਤਾ ਜਿਹੜੀ ਸਮੱਸਿਆ ਵਾ। ਇਸ ਤੋਂ ਇਲਾਵਾ ਅਨਪੜ੍ਹ ਵਿਅਕਤੀ ਲਾਲਚ 'ਚ ਫਸ ਜਾਂਦਾ ਵਾ, ਆਪਣੀ ਵੋਟ ਵੇਚ ਸਕਦਾ ਵਾ ਕਿਉਂਕਿ ਉਹਨੂੰ ਸਮੱਸਿਆ ਦੀ ਸਮਝ ਨਹੀਂ ਹੁੰਦੀ ਵੀ ਇਹਦਾ ਅਸਰ 5 ਸਾਲ ਰਹਿਣਾ। ਇਸ ਤੋਂ ਇਲਾਵਾ ਅਨਪੜ੍ਹ ਵਿਅਕਤੀ ਦੇ ਚੁਣੇ ਜਾਣ ਦੀ ਸੰਭਾਵਨਾ ਵੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਉਹ ਸਮਝ ਤਾਂ ਸਕਦਾ ਨਹੀਂ, ਪੜ੍ਹ ਲਿਖ ਨਹੀਂ ਸਕਦਾ, ਇਸ ਕਰਕੇ ਲੋਕਾਂ ਨੂੰ ਉਹ ਭਾਸ਼ਣ ਨਹੀਂ ਦੇ ਸਕਦਾ। ਅਨਪੜ੍ਹ ਵਿਅਕਤੀਆਂ ਨੂੰ ਜਿਹੜੇ ਪਾਰਟੀਆਂ ਚੋਣ ਮਨੋਰਥ ਪੱਤਰ ਜਾਰੀ ਕਰਦੀਆਂ ਨੇ ਉਹ ਵੀ ਅਨਪੜ੍ਹ ਵਿਅਕਤੀਆਂ ਨੂੰ ਉਹਨਾਂ ਦੀ ਸਮਝ ਨਹੀਂ ਲੱਗਦੀ ਕਿਉਂਕਿ ਦੇਸ਼ ਦੀਆਂ ਸਮੱਸਿਆਵਾਂ ਬੜੀਆਂ ਜਟਲ ਨੇ ਤੇ ਹਰੇਕ ਵਿਅਕਤੀ ਉਹਨੂੰ ਸਮਝ ਨਹੀਂ ਸਕਦਾ। ਇਸ ਕਰਕੇ ਅਨਪੜ੍ਹਤਾ ਜਿਹੜੀ ਹੈ ਉਹ ਬਹੁਤ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਜਾਂਦੀ। ਹਾਂ ਪਿਆਰੇ ਵਿਦਿਆਰਥੀਓ, ਚੁਣੌਤੀਆਂ ਜਿਹੜੀਆਂ ਨੇ, ਤੀਜੀ ਚੁਣੌਤੀ ਜਿਹੜੀ ਭਾਰਤੀ ਲੋਕਤੰਤਰ ਨੂੰ ਹੈਗੀ ਹੈ ਉਹ ਹੈਗੀ ਹੈ ਸੰਪਰਦਾਇਕਤਾ ਦੀ। ਸੰਪਰਦਾਇਕਤਾ ਦਾ ਅਰਥ ਪਹਿਲੇ ਸਮਝਣਾ ਚਾਹੀਦਾ ਹੈ। ਸੰਪਰਦਾਇਕਤਾ ਕੀ ਹੁੰਦੀ ਹੈ? ਸੰਪਰਦਾਇਕਤਾ ਤੋਂ ਭਾਵ ਹੈ ਧਾਰਮਿਕ ਕੱਟੜਤਾ। ਜਦੋਂ ਕੋਈ ਵਿਅਕਤੀ ਜਿਹੜਾ ਆਪਣੇ ਧਰਮ ਨੂੰ ਪਸੰਦ ਕਰਦਾ ਤੇ ਦੂਜੇ ਧਰਮ ਨੂੰ ਨਾ ਪਸੰਦ ਕਰਦਾ, ਡਿਸਲਾਈਕ ਕਰਦਾ, ਨਫ਼ਰਤ ਕਰਦਾ, ਤੇ ਉਹਨੂੰ ਧਾਰਮਿਕ ਕੱਟੜਤਾ ਕਹਿੰਦੇ ਨੇ। ਵੈਸੇ ਤਾਂ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਧਰਮ ਨੇ, ਮੇਲ ਮਿਲਾਪ ਵੀ ਬਹੁਤ ਹੈ, ਪਰ ਫਿਰ ਵੀ ਕੁਝ ਲੋਕਾਂ ਵਿੱਚ ਕੱਟੜਤਾ, ਧਾਰਮਿਕ ਕੱਟੜਤਾ ਬਹੁਤ ਜ਼ਿਆਦਾ ਹੈ। ਇਹ ਧਾਰਮਿਕ ਕੱਟੜਤਾ ਕਰਕੇ ਹੀ ਦੇਸ਼ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਫਿਰ ਦੂਣੀਆਂ ਚੌਣੀਆਂ ਹੋ ਜਾਂਦੀਆਂ ਨੇ। ਧਾਰਮਿਕ ਕੱਟੜਤਾ ਕਰਕੇ ਅਸਹਿਣਸ਼ੀਲਤਾ ਵੱਧ ਜਾਂਦੀ ਹੈ, ਦੂਜੇ ਧਰਮ ਦੇ ਲੋਕਾਂ ਨੂੰ ਦੇ ਰੀਤੀ ਰਿਵਾਜਾਂ ਨੂੰ ਅਸਹਿਣਸ਼ੀਲਤਾ ਉਹਨਾਂ 'ਚ ਆ ਜਾਂਦੀ ਹੈ। ਤੇ ਇਸੇ ਕਰਕੇ ਹੀ ਧਾਰਮਿਕ ਕੱਟੜਤਾ ਹੋਣ ਕਰਕੇ ਹੀ ਕਈ ਪੋਲੀਟੀਕਲ ਪਾਰਟੀਆਂ ਇਹ ਸੋਚ ਬਣ ਜਾਂਦੀਆਂ ਨੇ, ਇਹ ਸੋਚ ਕੇ ਕਿ ਸਾਡੇ ਧਰਮ ਦਾ ਰੱਖਿਆ ਸਹੀ ਨਹੀਂ ਹੋ ਰਹੀ। ਸ਼੍ਰੋਮਣੀ ਅਕਾਲੀ ਦਲ ਬਣੀ ਹੋਈ ਹੈ, ਬਜਰੰਗ ਦਲ ਪੋਲੀਟੀਕਲ ਪਾਰਟੀ ਹੈ ਜਿਹੜੀ ਧਰਮ ਦੇ ਨਾਂ 'ਤੇ ਬਣੀ ਹੋਈ ਹੈ। ਇਸ ਤੋਂ ਇਲਾਵਾ ਮੁਸਲਿਮ ਲੀਗ ਹੈ, ਸ਼ਿਵ ਸੈਨਾ ਹੈ, ਇਹ ਸਾਰੀਆਂ ਧਰਮ ਦੇ ਆਧਾਰ 'ਤੇ ਪੋਲੀਟੀਕਲ ਪਾਰਟੀਆਂ ਹੋਂਦ 'ਚ ਆ ਗਈਆਂ ਸਿਰਫ ਇਸੇ ਕਰਕੇ ਕਿ ਆਪਣੇ ਧਰਮ ਨੂੰ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਵਾਸਤੇ। ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਇਹ ਚੀਜ਼ਾਂ ਚੰਗੀਆਂ ਨਹੀਂ, ਪਰ ਫਿਰ ਵੀ ਇਸ ਸਮੱਸਿਆ ਤੇ ਚੁਣੌਤੀ ਹੈ। ਇਸ ਤੋਂ ਇਲਾਵਾ ਧਰਮ ਦੇ ਆਧਾਰ 'ਤੇ ਸਾਡੇ ਦੇਸ਼ ਵਿੱਚ ਦੰਗੇ ਵੀ ਬਹੁਤ ਹੁੰਦੇ। 1984 'ਚ ਹੋਇਆ, 2002 'ਚ ਹੋਇਆ, 2008 'ਚ ਹੋਇਆ। ਇਹ ਸਾਰੇ ਦੰਗੇ ਜਿਹੜੇ ਨੇ ਇਹਨਾਂ ਦਾ ਆਧਾਰ ਜਿਹੜਾ ਉਹ ਧਾਰਮਿਕ ਸੀ, ਧਰਮ ਦੇ ਆਧਾਰ 'ਤੇ ਦੰਗੇ, ਤੇ ਸਾਡੇ ਦੇਸ਼ ਦੀ ਰਾਜਨੀਤੀ ਨੂੰ, ਲੋਕਤੰਤਰ ਨੂੰ ਬਹੁਤ ਜ਼ਿਆਦਾ ਨਾ ਪ੍ਰਭਾਵਿਤ ਕੀਤਾ ਤੇ ਚੁਣੌਤੀ ਬਣ ਕੇ ਸਾਹਮਣੇ ਆਏ। ਇਸ ਤੋਂ ਇਲਾਵਾ ਵਿਦਿਆਰਥੀਓ, ਕਈ ਦਬਾਅ ਸਮੂਹ ਬਣ ਜਾਂਦੇ ਨੇ ਧਰਮ ਦੇ ਨਾਂ 'ਤੇ, ਕਈ ਦਬਾਅ ਸਮੂਹ ਬਣ ਜਾਂਦੇ ਨੇ, ਪ੍ਰੈਸ਼ਰ ਗਰੁੱਪ ਬਣ ਜਾਂਦੇ ਨੇ ਜਿਹੜੇ ਸਰਕਾਰ 'ਤੇ ਪ੍ਰੈਸ਼ਰ ਪਾਉਂਦੇ ਆ ਵੀ ਸਾਡੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਨੇ। ਸੋ ਇਹ ਜਿਹੜੇ ਪ੍ਰੈਸ਼ਰ ਗਰੁੱਪ ਨੇ ਇਹ ਕਈ ਵਾਰ ਹੜਤਾਲਾਂ, ਦੰਗੇ ਫਸਾਦ ਤੇ ਕੰਮ ਰੋਕ ਦਿੰਦੇ ਨੇ ਤੇ ਦੇਸ਼ ਦੇ ਲੋਕਤੰਤਰ ਨੂੰ ਵਧੀਆ ਢੰਗ ਨਾਲ ਚੱਲਣ ਦਿੰਦੇ। ਪ੍ਰਮੁੱਖ ਤੌਰ 'ਤੇ ਜਿਹੜੇ ਦਬਾਅ ਸਮੂਹ ਨੇ ਜਿਵੇਂ ਜਮਾਤ ਇਸਲਾਮੀ ਹੈ, ਸਿੱਖ ਫੋਰਮ ਹੈ, ਹੋਰ ਕਈ ਸੰਗਠਨ ਨੇ ਜਿਹੜੇ ਦਬਾਅ ਸਮੂਹ ਬਣ ਕੇ ਚੁਣੌਤੀ ਬਣ ਕੇ ਸਾਹਮਣੇ ਆ ਜਾਂਦੇ ਨੇ। ਇਸ ਤੋਂ ਇਲਾਵਾ ਮਤ ਵਿਵਹਾਰ ਨੂੰ ਪ੍ਰਭਾਵਿਤ ਕਰਨਾ, ਮਤ ਵਿਵਹਾਰ ਮਤਲਬ ਵੋਟਿੰਗ ਰਾਈਟਸ ਹੈ, ਮਤ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਨੇ। ਕਿੱਦਾਂ? ਸਭ ਤੋਂ ਪਹਿਲੇ ਲੋਕੀ ਜਿਹੜੀਆਂ ਕਈ ਪੋਲੀਟੀਕਲ ਪਾਰਟੀਆਂ ਨੇ, ਕਈ ਆਰਗੇਨਾਈਜੇਸ਼ਨ ਨੇ, ਜਨਤਾ ਨੂੰ, ਲੋਕਾਂ ਨੂੰ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਤੁਸੀਂ ਆਪਣੇ ਧਰਮ ਦੇ ਲੋਕਾਂ ਨੂੰ ਹੀ ਵੋਟ ਪਾਣੀ ਹੈ, ਜਿਹਦੇ ਨਾਲ ਅਨਪੜ੍ਹ ਲੋਕ ਨੇ ਜਿਹਨਾਂ ਨੂੰ ਸਮਝ ਨਹੀਂ, ਉਹ ਇਸ ਚੀਜ਼ ਨੂੰ, ਉਹ ਨਾਗਰਿਕ ਨੂੰ ਜਾਂ ਜਿਹੜਾ ਉਮੀਦਵਾਰ ਖੜਾ ਵਾ ਉਹਨੂੰ ਧਿਆਨ 'ਚ ਨਹੀਂ ਰੱਖਦੇ, ਸਗੋਂ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਨੇ ਵੀ ਸਾਡੇ ਧਰਮ ਦਾ ਉਮੀਦਵਾਰ ਖੜਾ ਵਾ ਤੇ ਆਪਾਂ ਉਹਨੂੰ ਵੋਟ ਪਾਣੀ ਹੈ। ਜਦੋਂ ਕਿ ਸਾਡੇ ਦੇਸ਼ ਵਿੱਚ ਸਾਂਝੀ ਚੋਣ ਪ੍ਰਣਾਲੀ ਹੈ,
ਕਿਸੇ ਤਰ੍ਹਾਂ ਦਾ ਸਿਸਟਮ ਨਹੀਂ ਹੈ, ਫਿਰ ਵੀ ਲੋਕੀ ਜਿਹੜੇ ਨੇ ਧਰਮ ਦੇ ਆਧਾਰ ਤੇ ਵੋਟ ਪਾਉਂਦੇ ਨੇ। ਇਸ ਤੋਂ ਇਲਾਵਾ ਸਾਡੇ ਦੇਸ਼ ਲਈ ਜਿਹੜਾ ਇਹ ਸੰਪਰਦਾਇਕਤਾ ਵਾ, ਇਹ ਏਕਤਾ ਤੇ ਅਖੰਡਤਾ ਵਾਸਤੇ ਖਤਰਾ ਹੈ। ਦੇਸ਼ ਦੀ ਏਕਤਾ ਤੇ ਅਖੰਡਤਾ ਇਹਨਾਂ ਨੂੰ ਨੁਕਸਾਨ ਪਹੁੰਚਦਾ ਵਾ। ਵਿਰੋਧੀ ਜਿਹੜੇ ਦੇਸ਼ ਨੇ, ਜਿਹੜੇ ਦੇਸ਼ ਸਾਡੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੋਣਾ ਚਾਹੁੰਦੇ, ਉਹਨਾਂ ਨੂੰ ਵੀ ਇਹ ਗੱਲਾਂ ਜਿਹੜੀਆਂ ਨੇ ਉਹ ਮਸਾਲਾ ਬਣਾ ਕੇ ਲਾਉਂਦੇ ਨੇ ਵੀ ਦੇਸ਼ ਵਿੱਚ, ਇਹਨਾਂ ਦੇ ਦੇਸ਼ ਵਿੱਚ ਧਾਰਮਿਕ ਜਿਹੜੀ ਹੈ ਸਹਿਣਸ਼ੀਲਤਾ ਦੀ ਕਮੀ। ਲਾਸਟਲੀ ਕਈ ਵਾਰ ਨੇਤਾ ਵੀ ਲੋਕਾਂ ਨੂੰ, ਧਰਮਾਂ ਨੂੰ ਖੁਸ਼ ਕਰਨ ਵਾਸਤੇ ਬਹੁਤ ਜ਼ਿਆਦਾ ਖਰਚ ਕਰਦੇ ਨੇ ਤੇ ਬਹੁਤ ਜ਼ਿਆਦਾ ਧਰਮਾਂ ਤੇ ਪ੍ਰਬੰਧ ਕਰਦੇ ਨੇ, ਜਿਹਦੇ ਨਾਲ ਇੱਕ ਦੂਜੇ ਧਰਮ ਦੀ ਈਰਖਾ ਵੱਧਦੀ ਹੈ ਵੀ ਫਲਾਣੇ ਧਰਮ ਦੇ ਪ੍ਰੋਗਰਾਮ ਤੇ 1000 ਕਰੋੜ ਰੁਪਈਆ ਦਿੱਤਾ ਗਿਆ, ਸਾਡੇ ਧਰਮ ਵਾਸਤੇ ਕਿਉਂ ਨਹੀਂ ਦਿੱਤਾ? ਜਦੋਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਸਾਡਾ ਦੇਸ਼ ਜਿਹੜਾ ਉਹ ਧਰਮ ਨਿਰਪੱਖ ਦੇਸ਼ ਹੈ ਤੇ ਸਾਡੇ ਦੇਸ਼ ਵਿੱਚ ਸਾਰੇ ਧਰਮ ਬਰਾਬਰ ਨੇ, ਪਰ ਫਿਰ ਵੀ ਜਿਹੜੀ ਧਾਰਮਿਕ ਕੱਟੜਤਾ ਹੈ ਉਹ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਸਮੱਸਿਆ ਬਣ ਕੇ ਖੜੀ ਹੈ। ਹਾਂਜੀ, ਜਿਹੜਾ ਅਗਲਾ ਪੁਆਇੰਟ ਆਪਾਂ ਡਿਸਕਸ ਕਰਨਾ ਹੈ ਉਹ ਪੁਆਇੰਟ ਦਾ ਨਾਮ ਹੈ ਜਾਤੀਵਾਦ। ਜਾਤੀਵਾਦ ਭਾਰਤੀ ਲੋਕਤੰਤਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਤੇ ਬਹੁਤ ਸਦੀਆਂ ਤੋਂ ਸਾਡੇ ਦੇਸ਼ ਨੂੰ ਜਾਤੀਵਾਦ ਚੰਬੜਿਆ ਹੋਇਆ ਤੇ ਇਹ ਅੱਜ ਤੱਕ ਨਹੀਂ ਲੈ ਰਿਹਾ। ਇਹਦੀ ਸਮੱਸਿਆ ਜਿਹੜੀ ਆ ਬਹੁਤ ਵੱਡੀ ਚੁਣੌਤੀ ਬਣ ਕੇ ਸਾਡੇ ਦੇਸ਼ ਸਾਹਮਣੇ ਖੜੀ ਹੈ। ਜਾਤ ਉਹ ਜਿਹੀ ਚੀਜ਼ ਹੈ ਜਿਹਨੂੰ ਬਦਲਿਆ ਨਹੀਂ ਜਾ ਸਕਦਾ। ਜਿਹੜਾ ਵਿਅਕਤੀ ਜਿਸ ਜਾਤ ਵਿੱਚ ਉਹਦਾ ਜਨਮ ਹੁੰਦਾ ਉਹੀ ਜਾਤ ਉਹਦੀ ਪੱਕੀ ਮੰਨੀ ਜਾਂਦੀ ਹੈ ਤੇ ਮੌਤ ਤੱਕ ਉਹਦਾ ਪਿੱਛਾ ਨਹੀਂ ਛੱਡਦੀ। ਸੋ ਜਾਤੀਵਾਦ ਕਰਕੇ ਸਾਡੇ ਦੇਸ਼ 'ਚ ਬਹੁਤ ਜ਼ਿਆਦਾ ਸਮੱਸਿਆਵਾਂ ਨੇ। ਸਭ ਤੋਂ ਪਹਿਲੇ ਜਾਤੀਵਾਦ ਜਿਹੜਾ ਉਹ ਭਾਰਤ ਨੂੰ ਇੱਕ ਕੋਡ ਮੰਨਿਆ ਜਾਂਦਾ। ਜਾਤੀਵਾਦ ਕਰਕੇ ਹੀ ਡਾਕਟਰ B.R. ਅੰਬੇਦਕਰ ਨੂੰ ਇਹਦੇ ਕਰਕੇ ਹੀ ਡਾਕਟਰ B.R. ਅੰਬੇਦਕਰ ਨੂੰ ਭਾਰਤ ਦੇ ਸੰਵਿਧਾਨ ਵਿੱਚ ਰਾਖਵਾਂ ਸਥਾਨ ਰੱਖਣੇ ਪਏ ਤਾਂ ਕਿ ਵੀ ਜਿਹੜੀਆਂ ਜਾਤਾਂ ਨੂੰ ਸਾਲਾਂ ਤੋਂ ਦੱਬਿਆ ਕੁਚਲੇ ਰਹਿ ਗਈਆਂ ਨੇ ਉਹ ਆਪਣੇ ਆਪ ਨੂੰ ਸਮਾਨਤਾ ਦੇ ਆਧਾਰ ਤੇ ਬਰਾਬਰ ਲਿਆ ਸਕਣ। ਪਰ ਲਗਾਤਾਰ ਚਲਦੀ ਰਾਜਨੀਤੀ ਨੇ ਤੇ ਨਾ ਅਸਮਾਨਤਾ ਖਤਮ ਹੋਈ ਤੇ ਨਾ ਜਾਤੀਵਾਦ ਖਤਮ ਹੋਇਆ। ਅਸਮਾਨਤਾ ਜੇਕਰ ਰਹੇਗੀ ਤੇ ਜਾਤੀਵਾਦ ਵੀ ਰਹੇਗਾ ਤੇ ਆਰਕਸ਼ਣ ਵੀ ਜਾਂ ਰਿਜ਼ਰਵੇਸ਼ਨ ਵੀ ਰਹੇਗੀ। ਸੋ ਇਹ ਜਿਹੜੀ ਸਮੱਸਿਆ ਵਾ ਇਹ ਦੇਸ਼ ਵਾਸਤੇ ਬਹੁਤ ਵੱਡੀ ਚੁਣੌਤੀ ਬਣ ਗਈ। ਇਹਦੇ ਆਧਾਰ ਤੇ ਫਿਰ ਜਦੋਂ ਕਈ ਪਾਰਟੀਆਂ ਨੇ ਇਹ ਲੱਗਾ ਵੀ ਸਾਡੀ ਜਾਤ ਜਿਹੜੀ ਉਹ ਸੁਰੱਖਿਅਤ ਨਹੀਂ ਹੈ, ਉਹਨਾਂ ਨੇ ਪੋਲੀਟੀਕਲ ਦਲ ਬਣਾਉਣੇ ਸ਼ੁਰੂ ਕਰ ਦਿੱਤੇ, ਰਾਜਨੀਤਿਕ ਦਲ, ਜਿਵੇਂ ਬਹੁਜਨ ਸਮਾਜ ਪਾਰਟੀ ਹੈਗੀ ਹੈ, DMK ਤਾਮਿਲਨਾਡੂ 'ਚ DMK ਤੇ AIADMK, ਦੋ ਰਾਜਨੀਤਿਕ ਦਲ ਨੇ ਜਿਹੜੇ ਜਾਤ ਦੇ ਆਧਾਰ ਤੇ ਬਣੇ ਨੇ। ਹੋਰ ਵੀ ਕਈ ਛੋਟੇ ਛੋਟੇ ਦਲ ਜਿਹੜੇ ਨੇ ਪੋਲੀਟੀਕਲ ਪਾਰਟੀਆਂ ਬਣੀਆਂ ਹੋਈਆਂ ਨੇ ਜਾਤ ਦੇ ਆਧਾਰ ਤੇ। ਇਸ ਤੋਂ ਇਲਾਵਾ ਜਾਤ ਦੇ ਆਧਾਰ ਤੇ ਕਈ ਦਬਾਅ ਸਮੂਹ ਨੇ ਆਪਣੀ ਜਾਤ ਨੂੰ ਦਾ ਵਿਕਾਸ ਕਰਨ ਲਈ ਜਾਂ ਆਪਣੀਆਂ ਮੰਗਾਂ ਮਨਵਾਉਣ ਲਈ ਜਾਂ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਜਾਂ ਆਪਣੇ ਖਿਲਾਫ ਹੁੰਦੇ ਵਿਤਕਰੇ ਨੂੰ ਰੋਕਣ ਲਈ ਅਲੱਗ-ਅਲੱਗ ਜਾਤਾਂ ਦੀ ਅਨੁਸੂਚਿਤ ਜਾਤੀ ਮਹਾਸਭਾ ਬਣੀ ਹੋਈ ਹੈ। ਜਾਟ ਮਹਾਸਭਾ ਹੈ, ਰਮਦਾਸੀ ਮਹਾਸਭਾ ਹੈ, ਰਾਮਗੜੀਆ ਸਭਾ ਹੈ, ਗੁੱਜਰ ਸਭਾ ਹੈ। ਇਹ ਸਾਰੀਆਂ ਸਭਾਵਾਂ ਜਿਹੜੀਆਂ ਨੇ ਦਬਾਅ ਸਮੂਹ ਦੇ ਤੌਰ ਤੇ ਸਾਹਮਣੇ ਆਉਂਦੀਆਂ ਨੇ ਤੇ ਕਈ ਵਾਰ ਮੰਗਾਂ ਮਨਵਾਉਣ ਦੇ ਖਾਤਰ ਕਈ ਵਾਰ ਹੜਤਾਲ ਦੇ ਉੱਪਰ ਵੀ ਆ ਜਾਂਦੀਆਂ, ਹੜਤਾਲ ਵੀ ਕਰ ਦਿੰਦੀਆਂ ਨੇ। ਇਸ ਤੋਂ ਇਲਾਵਾ ਇਲੈਕਸ਼ਨ ਦੇ ਵਿੱਚ ਵੀ ਜਦੋਂ ਚੋਣਾਂ ਹੋਣੀਆਂ ਹੁੰਦੀਆਂ ਨੇ ਤਾਂ ਹਰੇਕ ਪੋਲੀਟੀਕਲ ਪਾਰਟੀ ਹਰੇਕ ਉਮੀਦਵਾਰ ਖੜਾ ਕਰਨ ਤੋਂ ਪਹਿਲੇ ਇਹ ਸੋਚਦੀ ਹੈ ਵੀ ਇਸ ਹਲਕੇ ਵਿੱਚ, ਇਸ ਏਰੀਆ ਵਿੱਚ ਕਿਹੜੀ ਜਾਤ ਦੇ ਲੋਕ ਜ਼ਿਆਦਾ ਨੇ। ਕੋਸ਼ਿਸ਼ ਪੋਲੀਟੀਕਲ ਪਾਰਟੀਆਂ ਦੀ ਉਹੀ ਹੁੰਦੀ ਹੈ ਵੀ ਉਹੀ ਉਮੀਦਵਾਰ ਨੂੰ ਖੜਾ ਕੀਤਾ ਜਾਏ ਜਿਹੜੇ ਇਸ ਇਲਾਕੇ ਵਿੱਚ ਜਿਸ ਉਮੀਦਵਾਰ ਜ਼ਿਆਦਾ ਜਾਤ ਦੇ ਲੋਕਾਂ ਵਿੱਚੋਂ ਹੀ ਉਮੀਦਵਾਰ ਖੜਾ ਕੀਤਾ ਜਾਂਦਾ। ਬਾਅਦ ਵਿੱਚ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ, ਇਲੈਕਸ਼ਨ ਹੋ ਜਾਂਦੀ ਹੈ, ਜਿੱਤ ਜਾਂਦੀਆਂ ਪਾਰਟੀਆਂ ਤੇ ਸਰਕਾਰ ਬਣਾਉਣ ਲੱਗੇ ਵੀ ਮੰਤਰੀ ਮੰਡਲ ਵਿੱਚ ਜਾਤ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ, ਉਹਨਾਂ ਦੇ ਉਮੀਦਵਾਰ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ ਤਾਂ ਕਿ ਵੀ ਕੋਈ ਜਾਤ ਇਹ ਨਾ ਸਮਝੇ ਵੀ ਸਾਡੇ ਨਾਲ ਵਿਤਕਰਾ ਹੋਇਆ। ਸੋ ਬੇਸਿਕਲੀ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਚੁਣੌਤੀਆਂ ਨੇ ਫਿਰ ਚੁਣੌਤੀ ਬਣ ਜਾਂਦੀ ਹੈ ਤੇ ਦੇਸ਼ ਉਸ ਸਮੱਸਿਆ ਨੂੰ ਹੱਲ ਨਹੀਂ ਕਰ ਪਾਉਂਦਾ, ਕਠਿਨਾਈ ਆ ਜਾਂਦੀ ਹੈ। ਸੋ ਇਸ ਕਰਕੇ ਜਾਤੀਵਾਦ ਵੀ ਭਾਰਤੀ ਲੋਕਤੰਤਰ ਦੀ ਬਹੁਤ ਵੱਡੀ ਸਮੱਸਿਆ ਹੈ। ਚੁਣੌਤੀਆਂ ਨਾਲ ਰਿਲੇਟਡ ਜਿਹੜਾ ਅਗਲਾ ਟੌਪਿਕ ਹੈ ਉਹ ਹੈਗਾ ਖੇਤਰਵਾਦ। ਖੇਤਰਵਾਦ ਭਾਰਤ ਕਿਉਂਕਿ ਬਹੁਤ ਵਿਸ਼ਾਲ ਦੇਸ਼ ਹੈ, ਇਹਦੇ 28 ਰਾਜ ਤੇ ਅੱਜ ਦੀ ਡੇਟ 'ਚ 28 ਰਾਜ ਤੇ 9 ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ। ਸੋ ਇੰਨਾ ਵਿਸ਼ਾਲ ਦੇਸ਼ ਹੋਣ ਕਰਕੇ ਭਾਰਤ ਵਿੱਚ ਖੇਤਰਵਾਦ ਦਾ ਹੋਣਾ ਬੜਾ ਕੁਦਰਤੀ ਹੈ। ਖੇਤਰਵਾਦ ਦਾ ਹੋਣਾ ਬਹੁਤ ਕੁਦਰਤੀ ਹੈ। ਲੋਕ ਜਿਹੜੇ ਨੇ ਰਾਸ਼ਟਰੀ ਹਿੱਤ ਤੋਂ ਪਹਿਲਾਂ ਆਪਣਾ ਪਰਸਨਲ ਤੇ ਆਪਣੇ ਖੇਤਰ ਦਾ ਹਿੱਤ ਪਹਿਲਾਂ ਦੇਖਦੇ ਨੇ, ਜਿਹੜਾ ਖੇਤਰਵਾਦ ਨੂੰ ਜ਼ਿਆਦਾ ਜਨਮ ਦਿੰਦਾ। ਖੇਤਰਵਾਦ ਦੇ ਆਧਾਰ ਤੇ ਖੇਤਰੀ ਰਾਜਨੀਤਿਕ ਦਲ ਬਣੇ ਹੋਏ ਨੇ, ਜਿਵੇਂ ਹਰਿਆਣਾ ਵਿਕਾਸ ਪ੍ਰੀਸ਼ਦ ਹੈ,
ਅਸਮ ਗਣ ਪ੍ਰੀਸ਼ਦ ਹੈ, ਨੈਸ਼ਨਲ ਕਾਨਫਰੰਸ ਹੈ, ਪੰਜਾਬ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਹੈ, ਹੋਰ ਸਾਰੇ ਰਾਜਾਂ ਦੇ ਵਿੱਚ ਵੱਖ-ਵੱਖ ਵੰਨ ਸਵੰਨੀਆਂ ਪਾਰਟੀਆਂ ਨੇ। ਲਗਭਗ 700 ਰਾਜਨੀਤਿਕ ਦਲ ਖੇਤਰੀ ਦਲ ਨੇ, ਜਦੋਂ ਕਿ ਰਾਸ਼ਟਰੀ ਦਲ ਕੇਵਲ 6-7 ਦਲ ਨੇ। ਸੋ ਇਸ ਕਰਕੇ ਜਿਹੜਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਨਾਗਰਿਕਾਂ ਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਅਸੀਂ ਰਾਸ਼ਟਰੀ ਪਾਰਟੀ ਦੇ ਮਗਰ ਨਾ ਲੱਗੋ, ਅਸੀਂ ਜਿਹੜਾ ਵਾ ਅਸੀਂ ਆਪਣੇ ਖੇਤਰ ਦੀ, ਆਪਣੇ ਰਾਜ ਦੀ ਜ਼ਿਆਦਾ ਵਧੀਆ ਵਿਕਾਸ ਕਰ ਸਕਦੇ ਹਾਂ। ਇਸੇ ਕਰਕੇ ਹੀ ਭਾਰਤੀ ਰਾਜਨੀਤੀ ਵਿੱਚ ਕਾਫੀ ਖਲਾਅ ਜਿਹਾ ਰਿਹਾ ਤੇ ਕਿੰਨੇ ਹੀ ਸਾਲ ਰਲੀਆਂ ਮਿਲੀਆਂ ਸਰਕਾਰਾਂ ਜਿਹੜੀਆਂ ਚੱਲੀਆਂ ਨੇ, ਕਿਉਂਕਿ ਖੇਤਰੀ ਰਾਜਨੀਤਿਕ ਦਲ ਜਿਹੜੇ ਨੇ ਉਹਨਾਂ ਦੇ ਪ੍ਰਭਾਵ ਵੱਧ ਗਿਆ ਸੀ, ਜਿਸ ਕਰਕੇ ਖੇਤਰੀ ਰਾਜਨੀਤਿਕ ਲੋਕੀ ਜਿਹੜੇ ਉਹਨਾਂ ਨੂੰ ਵੋਟ ਪਾ ਕੇ ਜਿਤਾਉਂਦੇ ਸੀਗੇ, ਤੇ ਜਿਸ ਕਰਕੇ ਇਸੇ ਖੇਤਰਵਾਦ ਦੇ ਵਧਣ ਦਾ ਆਧਾਰ ਇੱਕ ਇਹ ਵੀ ਹੈ ਵੀ ਅਸੰਤੋਸ਼ ਪੈਦਾ ਹੋ ਜਾਂਦਾ। ਇਸ ਤੋਂ ਇਲਾਵਾ ਕੁਝ ਰਾਜ ਜਿਹੜੇ ਨੇ ਉਹ ਬਹੁਤ ਜ਼ਿਆਦਾ ਤਰੱਕੀ ਕਰ ਜਾਂਦੇ ਨੇ, ਕੁਝ ਰਾਜ ਜਿਹੜੇ ਨੇ ਉਹ ਘੱਟ ਤਰੱਕੀ ਕਰ ਪਾਉਂਦੇ ਨੇ ਤੇ ਉਹ ਪਛੜੇ ਰਹਿ ਜਾਂਦੇ ਨੇ, ਜਿਸ ਕਰਕੇ ਉਹਨਾਂ ਨੂੰ ਇਹ ਲੱਗਦਾ ਵਾ ਕਿ ਸਾਡੇ ਨਾਲ ਹੋ ਸਕਦਾ ਕੇਂਦਰ ਜਾਂ ਦੂਜੇ ਰਾਜਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ। ਇਹ ਵੀ ਖੇਤਰਵਾਦ ਦੇ ਕਾਰਨ ਬਣਦਾ। ਖੇਤਰਵਾਦ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ 1955-56 'ਚ ਤੇ ਫਿਰ ਇੱਕ ਦੋ ਵਾਰ ਰਾਜਾਂ ਦਾ ਨਿਰਮਾਣ ਕੀਤਾ ਗਿਆ। ਫਿਰ ਕਈ ਵਾਰ ਖੇਤਰਵਾਦ ਕਰਕੇ ਵੱਖਵਾਦ, ਦੇਸ਼ ਤੋਂ ਵੱਖ ਹੋਣ ਦੀਆਂ ਮੂਵਮੈਂਟਸ ਵੀ ਅਸਾਮ ਵਿੱਚ, ਪੰਜਾਬ ਵਿੱਚ, ਜੰਮੂ ਕਸ਼ਮੀਰ 'ਚ ਚੱਲਦੀਆਂ ਰਹੀਆਂ ਨੇ। ਇਸੇ ਕਰਕੇ ਵੀ ਉਹ ਆਪਣੇ ਆਪ ਨੂੰ ਵੱਖਰਾ ਰਾਸ਼ਟਰੀ ਘੋਸ਼ਿਤ ਕਰਨਾ ਚਾਹੁੰਦੇ ਸੀਗੇ, ਪਰ ਇੱਦਾਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਬਣਦਾ ਤੇ ਚੁਣੌਤੀ ਬਣ ਕੇ ਸਾਹਮਣੇ ਆਉਂਦਾ। ਇਸ ਤੋਂ ਇਲਾਵਾ ਕਈ ਜਿਹੜੇ ਅੰਤਰਰਾਜੀ ਝਗੜੇ ਨੇ, ਰਾਜਾਂ ਦੇ ਆਪਸੀ ਝਗੜੇ ਜਿਹੜੇ ਨੇ ਉਹ ਵੀ ਖੇਤਰਵਾਦ ਨੂੰ ਜਨਮ ਦਿੰਦੇ ਨੇ। ਜਿਵੇਂ ਪੰਜਾਬ ਤੇ ਹਰਿਆਣੇ ਦਾ SYL ਸਤਲੁਜ ਯਮੁਨਾ ਲਿੰਕ ਨਹਿਰ ਦਾ ਝਗੜਾ ਹੈ, ਕਰਨਾਟਕਾ, ਕੇਰਲਾ, ਤਾਮਿਲਨਾਡੂ ਦਾ ਕਾਵੇਰੀ ਨਦੀ ਦਾ ਝਗੜਾ ਹੈ। ਸੋ ਜਿਹੜੇ ਅੰਤਰਰਾਜੀ ਝਗੜੇ ਨੇ ਇਹ ਵੀ ਖੇਤਰਵਾਦ ਤੇ ਖਿੱਚੋਤਾਣ ਨੂੰ ਵਧਾਉਂਦੇ ਆ। ਫਿਰ ਕਈ ਵਾਰ ਸਨਜ਼ ਆਫ ਦਾ ਸੋਇਲ ਵੀ ਜਿਹੜੀ ਸਾਡੀ ਧਰਤੀ ਹੈ, ਸਾਡੇ ਲੋਕਾਂ ਲਈ ਹੈ ਤੇ ਅਸੀਂ ਇਹਦਾ ਵਿਕਾਸ ਕਰਨਾ ਤੇ ਸਾਨੂੰ ਹੀ ਮੌਕੇ ਮਿਲਣੇ ਚਾਹੀਦੇ ਨੇ। ਇਸੇ ਕਰਕੇ ਪਿੱਛੇ ਜੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਗੈਰ ਮਹਾਰਾਸ਼ਟਰੀ ਲੋਕਾਂ ਨੂੰ ਕਿਹਾ ਤਾਂ ਵੀ ਤੁਸੀਂ ਇੱਥੋਂ ਚਲੇ ਜਾਓ। ਚਲੋ ਬਾਅਦ ਵਿੱਚ ਇਹ ਸੈਟਲ ਹੋ ਗਿਆ, ਪਰ ਕਈ ਵਾਰ ਇਹ ਸਨਜ਼ ਆਫ ਦਾ ਸੋਇਲ ਜਿਹੜੀ ਆ, ਅਸੀਂ ਧਰਤੀ ਦੇ ਪੁੱਤਰਾਂ ਤੇ ਇਹਦੇ ਉੱਪਰ ਸਾਡਾ ਹੀ ਅਧਿਕਾਰ ਹੈ, ਇਹ ਫਿਰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇੱਕ ਚੁਣੌਤੀ ਤੇ ਖਤਰਾ ਬਣ ਕੇ ਸਾਹਮਣੇ ਆ ਜਾਂਦਾ। ਨੈਕਸਟ ਪੁਆਇੰਟ ਹੈਗਾ ਵਾ ਰਾਜਨੀਤਿਕ ਹਿੰਸਾ। ਜਿਹੜੀ ਰਾਜਨੀਤਿਕ ਹਿੰਸਾ ਹੈ, ਪੋਲੀਟੀਕਲ ਪਾਰਟੀਆਂ ਕਈ ਵਾਰ ਰਾਜਨੀਤਿਕ ਹਿੰਸਾ ਜਿਹੜੀ ਆ, ਰਾਜਨੀਤਿਕ ਦਲ ਨਹੀਂ ਤੇ ਉਹਨਾਂ ਦੇ ਨਾਲ ਸਹਿਯੋਗੀ ਕੁਝ ਨੇ ਜਿਹੜੇ ਨੇ ਉਹ ਰਾਜਨੀਤਿਕ ਹਿੰਸਾ ਨੂੰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਤਸ਼ਾਹ ਕਰ ਲੈਂਦੇ ਨੇ। ਜਿਵੇਂ ਬੂਥਾਂ ਤੇ ਕਬਜ਼ਾ, ਕਈ ਰਾਜਾਂ ਦੇ ਵਿੱਚ ਬੂਥਾਂ ਤੇ ਕਬਜ਼ਾ ਕੀਤਾ ਜਾਂਦਾ। ਬੂਥਾਂ ਤੇ ਕਬਜ਼ਾ ਕਿਵੇਂ ਕੀਤਾ ਜਾਂਦਾ? ਜ਼ਬਰਦਸਤੀ ਲੋਕਾਂ ਨੂੰ ਵੋਟਿੰਗ ਕਰਾਈ ਜਾਂਦੀ ਹੈ ਤੇ ਉੱਥੇ ਪ੍ਰਸ਼ਾਸਨ ਫਿਰ ਉਹਦੀ ਸ਼ਕਤੀ ਜਿਹੜੀ ਨਾ ਦੇ ਬਰਾਬਰ ਰਹਿ ਜਾਂਦੀ ਹੈ। ਭਾਵੇਂ ਇਹ ਘਟਨਾਵਾਂ ਛਿਟਪੁੱਟ ਨੇ, ਪਰ ਫਿਰ ਵੀ ਇਹ ਰਾਜਨੀਤਿਕ ਹਿੰਸਾ ਨੂੰ ਜਨਮ ਦਿੰਦੀਆਂ ਨੇ। ਇਸ ਤੋਂ ਇਲਾਵਾ ਬਹੁਤ ਵੇਖਣ 'ਚ ਆਇਆ ਹੁਣ ਤੱਕ ਭਾਰਤ ਵਿੱਚ ਮਾੜੀ ਛਵੀ ਵਾਲੇ ਨੇਤਾ ਵੀ ਚੁਣੇ ਜਾਂਦੇ ਨੇ। ਬਹੁਤ ਸਾਰੇ ਇਹੋ ਜਿਹੇ MLA MP ਚੁਣੇ ਜਾਂਦੇ ਨੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ, ਜਿਨ੍ਹਾਂ ਦੇ ਉੱਪਰ ਖੁਦ ਕਤਲ, ਡਕੈਤੀ ਤੇ ਰੇਪ ਤੱਕ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਦਰਜ ਹੁੰਦੇ ਨੇ, ਤੇ ਫਿਰ ਵੀ ਉਹ ਇਲੈਕਸ਼ਨ ਵਿੱਚ ਚੁਣ ਕੇ ਆ ਜਾਂਦੇ ਨੇ। ਇਹ ਵੀ ਇੱਕ ਰਾਜਨੀਤਿਕ ਹਿੰਸਾ ਦਾ ਇੱਕ ਰੂਪ ਹੈ। ਜਦੋਂ ਕਿਸੇ ਵਿਅਕਤੀ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਪ੍ਰਭਾਵੀ ਬਣ ਜਾਂਦਾ। ਸੋ ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਬਣ ਜਾਂਦੀ ਹੈ। ਅਪਰਾਧੀਆਂ ਨੂੰ ਇਸੇ ਤਰ੍ਹਾਂ ਰਾਜਨੀਤਿਕ ਸ਼ਰਨ ਮਿਲ ਜਾਂਦੀ ਹੈ ਤੇ ਅਪਰਾਧੀ ਜਿਹੜੇ ਨੇ ਉਹ ਉਗਰ ਰੂਪ ਧਾਰਨ ਕਰ ਲੈਂਦੇ ਨੇ। ਫਿਰ ਅਸੀਂ ਇਹ ਵੀ ਦੇਖਣਾ ਵੀ ਕਈ ਵਾਰ ਵੋਟਿੰਗ ਦੇ ਦਿਨਾਂ ਦਰਮਿਆਨ ਜਾਤੀ ਤੇ ਧਰਮ ਦੇ ਆਧਾਰ ਤੇ ਬਹੁਤ ਜ਼ਿਆਦਾ ਦੰਗੇ ਕੀਤੇ ਜਾਂ ਕਰਵਾਏ ਜਾਂਦੇ ਨੇ ਤਾਂ ਕਿ ਰਾਜਨੀਤਿਕ ਲਾਭ ਮਿਲ ਸਕੇ, ਤੇ ਰਾਜਨੀਤਿਕ ਲਾਭ ਮਿਲਦਾ ਵੀ ਹੈ। ਸੋ ਇਹ ਵੀ ਜਿਹੜਾ ਇੱਕ ਬਹੁਤ ਵੱਡਾ ਢੰਗ ਹੈ ਰਾਜਨੀਤਿਕ ਹਿੰਸਾ ਜਿਹੜੀ ਹੈ ਆਪਣੇ ਆਪ ਨੂੰ ਸੱਤਾ 'ਚ ਲਿਆਉਣ ਦਾ। ਫਿਰ ਉਸ ਤੋਂ ਇਲਾਵਾ ਜਿਹੜੀ ਅਜਿਹੀ ਹਿੰਸਾ ਹੈ ਇਹ ਕਈ ਵਾਰ ਰਾਜਾਂ ਤੇ ਦੇਸ਼ ਤੇ ਬੋਝ ਦਾ ਕਾਰਨ ਬਣ ਜਾਂਦੀ ਹੈ। ਪੰਜਾਬ 'ਚ ਅੱਤਵਾਦ ਦੇ ਸਮੇਂ 'ਚ 8400 ਕਰੋੜ ਰੁਪਈਆ ਜਿਹੜਾ ਵਾ ਉਹ ਕੇਂਦਰ ਸਰਕਾਰ ਕੋਲੋਂ ਕਰਜ਼ਾ ਲਿਆ ਪੰਜਾਬ ਸਰਕਾਰ ਨੇ, ਤੇ ਅੱਜ ਉਹ ਕਰਜ਼ਾ ਕਿਤੇ ਤੇ ਕਿਤੇ ਵੱਧਦਾ ਹੀ ਜਾ ਰਿਹਾ। ਅਜੇ ਵੀ ਉਹ ਕਰਜ਼ਾ ਸਟੈਂਡ ਹੈ ਅੱਤਵਾਦ ਨੂੰ ਖਤਮ ਕਰਨ ਲਈ। ਜੰਮੂ ਕਸ਼ਮੀਰ ਨੇ 1500 ਕਰੋੜ ਰੁਪਈਆ ਕਰਜ਼ਾ ਲਿਆ ਸੀ, ਉਹ ਅੱਜ ਵੀ ਸਟੈਂਡ ਹੈ। ਸੋ ਇਹਦੇ ਨਾਲ ਦੇਸ਼ ਤੇ ਆਰਥਿਕ ਬੋਝ ਵੱਧਦਾ। ਰਾਜਨੀਤਿਕ ਹਿੰਸਾ ਜਿਹੜੀ ਹੈ ਉਹ ਬਹੁਤ ਹੀ ਖਤਰਨਾਕ ਰੂਪ ਤੇ ਚੁਣੌਤੀ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਜਾਂਦੀ ਹੈ। ਲੋਕਾਂ ਦੀ ਨਾ ਸਮਝੀ ਕਰਕੇ ਇਹ ਜਿਹੜੀ ਰਾਜਨੀਤਿਕ ਹਿੰਸਾ ਹੈ ਉਹ ਵੱਧਦੀ ਰਹਿੰਦੀ ਹੈ।
ਭ੍ਰਿਸ਼ਟਾਚਾਰ ਇੱਕ ਅਜਿਹਾ ਸਾਧਨ ਹੈ ਜਿਹੜਾ ਕਿਸੇ ਵੀ ਦੇਸ਼ ਨੂੰ ਖੋਖਲਾ ਕਰ ਸਕਦਾ। ਤੇ ਸਾਡੇ ਦੇਸ਼ ਵਿੱਚ ਇੱਕ ਵਾਰ ਕਿਸੇ ਨੇਤਾ ਨੇ ਕਿਹਾ ਸੀ ਕਿ ਇਹ ਸਾਡੇ ਦੇਸ਼ ਦੇ ਖੂਨ 'ਚ ਰਚ ਮਿਚ ਚੁੱਕਿਆ ਵਾ। ਸੋ ਇਸ ਕਰਕੇ ਭ੍ਰਿਸ਼ਟਾਚਾਰ ਜਿਹੜਾ ਬਹੁਤ ਵੱਡੀ ਚੁਣੌਤੀ ਹੈ। ਸਾਡੇ ਦੇਸ਼ 'ਚ ਨਿੱਤ ਨਵੇਂ ਘੁਟਾਲੇ ਜਿਹੜੇ ਨੇ ਸਰਕਾਰਾਂ ਬਲਦੀਆਂ ਰਹਿੰਦੀਆਂ ਨੇ, ਭਾਵੇਂ ਕੋਈ ਵੀ ਸਰਕਾਰ ਆਏ, ਹਰੇਕ ਸਰਕਾਰ ਵਿੱਚ ਕੁਝ ਨਾ ਕੁਝ ਘੁਟਾਲੇ ਜਿਹੜੇ ਨੇ ਉਹ ਨਿੱਤ ਨਵੇਂ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ। ਆਦਰਸ਼ ਘੁਟਾਲਾ, 2G ਘੁਟਾਲਾ, ਰਾਫੇਲ ਸੌਦਾ, ਵਿਜੇ ਮਾਲਿਆ ਦਾ ਦੇਸ਼ ਛੱਡ ਕੇ ਭੱਜ ਜਾਣਾ, ਨੀਰਵ ਮੋਦੀ ਦਾ ਦੌੜਨਾ, ਕਈ ਬੈਂਕਾਂ ਦਾ ਅਰਬਾਂ ਰੁਪਇਆ ਲੈ ਕੇ ਤੇ ਬਹੁਤ ਸਾਰੇ ਜਿਹੜੇ ਨੇ ਕਾਰਪੋਰੇਟਸ ਜਿਹੜੇ ਨੇ ਉਹ ਦੇਸ਼ ਹੀ ਛੱਡ ਕੇ ਭੱਜ ਗਏ। ਸੋ ਕਈ ਘੁਟਾਲੇ ਜਿਹੜੇ ਆ ਉਹ ਦੇਸ਼ ਦੀ ਸਮੱਸਿਆਵਾਂ ਨੂੰ ਵਧਾਉਂਦੇ ਨੇ ਤੇ ਇੱਕ ਚੁਣੌਤੀ ਬਣ ਕੇ ਸਾਹਮਣੇ ਆ ਜਾਂਦੇ ਨੇ। ਸੋ ਕਈ ਵਾਰ ਜਦੋਂ ਭਰਤੀਆਂ ਕਰਦੇ ਨੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਭਰਤੀਆਂ ਜਦੋਂ ਹੁੰਦੀਆਂ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਘੁਟਾਲੇ ਆਉਂਦੇ ਨੇ। ਭ੍ਰਿਸ਼ਟਾਚਾਰ ਦੇਸ਼ ਦੇ ਹੱਡਾਂ 'ਚ ਇਸ ਤਰ੍ਹਾਂ ਰਚ ਚੁੱਕਾ ਵਾ ਵੀ ਇਹ ਦੇਸ਼ ਨੂੰ ਤਰੱਕੀ ਨਹੀਂ ਕਰਨ ਦੇ ਰਿਹਾ, ਕਿਉਂਕਿ ਜਿਹੜੇ ਵੱਡੇ ਅਹੁਦੇਦਾਰ ਨੇ, ਮੰਤਰੀ ਨੇ, ਅਧਿਕਾਰੀ ਨੇ, ਅਰਬਾਂ ਰੁਪਈਆ ਕਈ ਵਾਰ ਉਹਨਾਂ ਦੇ ਘਰੋਂ ਪਕੜਿਆ ਜਾਂਦਾ ਵਾ ਤੇ ਜਿਹਦੇ ਨਾਲ ਰਾਜਨੀਤਿਕ ਜਿਹੜਾ ਵਾ ਭ੍ਰਿਸ਼ਟਾਚਾਰ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ। ਫਿਰ ਰਾਜਨੀਤਿਕ ਨਿਯੁਕਤੀਆਂ ਜਿਹੜੀਆਂ ਉਸ ਆਧਾਰ 'ਤੇ ਕੀਤੀਆਂ ਜਾਂਦੀਆਂ ਨੇ ਵੀ ਜਿਹੜੇ ਕੋਈ ਵੀ ਜਿਹੜੀ ਪੋਸਟਾਂ 'ਤੇ ਬੰਦੇ ਲਾਉਣੇ ਨੇ ਤੇ ਉਹਨਾਂ ਨੂੰ ਖੁਸ਼ ਕਰਨ ਲਈ ਰਾਜਨੀਤਿਕ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ। ਅਰਬਾਂ ਰੁਪਏ ਦੇ ਸਕੈਂਡਲ ਜਦੋਂ ਸਾਹਮਣੇ ਆਉਂਦੇ ਆ ਤੇ ਫਿਰ ਆਮ ਜਨਤਾ ਦੀਆਂ ਅੱਖਾਂ ਖੁੱਲ੍ਹਦੀਆਂ ਨੇ। ਕਾਲਾ ਧਨ ਜਿਹੜਾ ਵਾ ਸਾਡੇ ਦੇਸ਼ ਦਾ ਬਹੁਤ ਜ਼ਿਆਦਾ ਕਾਲਾ ਧਨ, 2 ਨੰਬਰ ਦੀ ਕਮਾਈ ਜਿਹੜੀ ਆ ਉਹ ਬਾਹਰਲੇ ਦੇਸ਼ਾਂ 'ਚ, ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚ ਇਨਵੈਸਟ ਕੀਤੀ ਹੋਈ ਹੈ, ਉਹਨੂੰ ਵਾਪਸ ਨਹੀਂ ਲਿਆਂਦਾ ਜਾ ਸਕਿਆ ਕਿਉਂਕਿ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵਾ। ਫਿਰ ਲਾਲ ਫੀਤਾਸ਼ਾਹੀ ਹੈ, ਕੋਈ ਵੀ ਕਿਸੇ ਨੇ ਵੀ ਕੋਈ ਕੰਮ ਕਰਾਉਣਾ ਹੋਏ ਤੇ ਕਹਿੰਦੇ ਨੇ ਸਾਡੇ ਦੇਸ਼ 'ਚ ਪੈਸੇ ਲਏ ਬਗੈਰ ਕੋਈ ਕੰਮ ਵੀ ਨਹੀਂ ਹੁੰਦਾ। ਸੋ ਭਾਰਤ ਜਿਹੜਾ ਵਾ ਇਹ ਸਮੱਸਿਆਵਾਂ ਨੂੰ ਨਾਲ ਜੂਝ ਰਿਹਾ ਵਾ, ਮੁਕਾਬਲਾ ਕਰ ਰਿਹਾ ਵਾ, ਪਰ ਅਜੇ ਤੱਕ ਕਿਧਰੋਂ ਕੋਈ ਅਜਿਹਾ ਸਟਰੋਂਗ ਪੁਆਇੰਟ, ਕੋਈ ਸਟਰੋਂਗ ਸੰਸਥਾ ਬਣ ਕੇ ਸਾਹਮਣੇ ਨਹੀਂ ਆ ਸਕੀ ਜਿਹੜੀ ਸੰਸਥਾ ਜਿਹੜੀ ਹੈ, ਜਿਵੇਂ ਲੋਕਪਾਲ ਦੀ ਗੱਲ ਹੋਈ ਸੀ ਵੀ ਲੋਕਪਾਲ ਬਣ ਜਾਏਗਾ ਤੇ ਸ਼ਾਇਦ, ਪਰ ਹੁਣ ਲੋਕਪਾਲ ਦਾ ਅਹੁਦਾ ਵੀ ਸਥਾਪਿਤ ਹੋ ਚੁੱਕਾ, ਫਿਰ ਵੀ ਭ੍ਰਿਸ਼ਟਾਚਾਰ ਦੇ ਉੱਪਰ ਠੱਲ ਨਹੀਂ ਪਾਈ ਜਾ ਸਕੀ। ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਦੇ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਕਿ ਭਾਰਤ ਦੀਆਂ ਸਥਾਪਿਤ ਸੰਸਥਾਵਾਂ ਜਿਹੜੀਆਂ ਚਿਰਾਂ ਤੋਂ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਸਨ, ਪਿਛਲੇ ਥੋੜ੍ਹੇ ਸਮੇਂ ਤੋਂ ਉਹ ਵੀ ਉਹਨਾਂ ਦੀ ਨਿਰਪੱਖਤਾ ਵੀ ਸ਼ੱਕ ਦੇ ਘੇਰੇ 'ਚ ਆ ਗਈ ਹੈ। ਜਿਵੇਂ ਕਿਉਂਕਿ ਬੜੇ ਲੰਬੀ ਪਰੰਪਰਾ ਸੀ ਭਾਰਤੀ ਨਿਆਂਪਾਲਿਕਾ ਦੀ, ਵੀ ਲਿਖਿਆ ਵੀ ਹੈ ਵੀ ਨਿਆਂਪਾਲਿਕਾ ਜਿਹੜੀ ਹੈ, ਹਾਈ ਕੋਰਟ, ਖਾਸ ਤੌਰ 'ਤੇ ਸੁਪਰੀਮ ਕੋਰਟ ਦੇ ਜੱਜ ਰਿਟਾਇਰ ਹੋਣ ਤੋਂ ਬਾਅਦ ਕਿਸੇ ਵੀ ਲਾਭਕਾਰੀ ਅਹੁਦੇ 'ਤੇ ਨਹੀਂ ਜਾਣਗੇ। ਫਿਰ ਵੀ ਪਿੱਛੇ ਜਿਹੇ ਇੱਕ ਜੱਜ ਦਾ, ਇੱਕ ਸੁਪਰੀਮ ਕੋਰਟ ਦੇ ਇੱਕ ਜੱਜ ਦਾ ਰਾਜ ਸਭਾ ਲਈ ਚੁਣੇ ਜਾਣਾ ਇੱਕ ਅਜਿਹੀ ਉਦਾਹਰਣ ਹੈ ਕਿ ਜਿਹੜੀ ਐਗਜ਼ੈਂਪਲੀਫਾਈ ਕਰਦੇ ਆ ਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਸ਼ੱਕ ਦੇ ਘੇਰੇ 'ਚ ਲੈ ਆਂਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦਾ ਤਰੀਕਾ ਨਿਸ਼ਚਿਤ ਕਰਨ ਤੋਂ ਪਹਿਲੇ ਵੱਡੀਆਂ ਰੈਲੀਆਂ ਤੋਂ ਬਾਅਦ ਵਿੱਚ ਜਾ ਕੇ ਤਰੀਕਾ ਨਿਸ਼ਚਿਤ ਕਰਨਾ, ਉਹ ਵੀ ਇੱਕ ਸੰਭਾਵਨਾ ਬਣ ਜਾਂਦੀ ਹੈ ਵੀ ਇਹ ਸੰਸਥਾ ਜਿਹੜੀ ਹੈ ਉਹ ਵੀ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੀ। CBI ਦੇ ਕਿਸੇ ਮੁਖੀ ਨੂੰ ਅੱਧੀ ਰਾਤ ਨੂੰ ਬਦਲ ਦੇਣਾ ਤੇ ਉਸ ਢੰਗ ਨਾਲ ਇਹ ਵੀ ਸੰਸਥਾਵਾਂ ਜਿਹੜੀਆਂ ਨੇ ਇਸੇ ਢੰਗ ਨਾਲ ਆ ਜਾਂਦੀਆਂ ਨੇ। ਰਾਸ਼ਟਰਪਤੀ ਦਾ ਅੱਧੀ ਰਾਤ ਨੂੰ ਕਿਸੇ ਨੇਤਾ ਨੂੰ ਲਾਉਣਾ ਤੇ ਫਿਰ ਦੂਜੇ ਨੂੰ ਅਪੁਆਇੰਟ ਕਰਨਾ, ਇਹ ਵੀ ਸ਼ੱਕ ਦੇ ਘੇਰੇ 'ਚ ਆ ਜਾਂਦਾ। ਸੋ ਜਿਹੜੀਆਂ ਲੋਕਤੰਤਰੀ ਪਰੰਪਰਾਵਾਂ ਸਾਡੇ ਦੇਸ਼ ਵਿੱਚ ਘਰ ਚੁੱਕੀਆਂ ਸਨ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਖੋਰਾ ਲੱਗ ਰਿਹਾ ਵਾ। ਇਹ ਸਾਰਾ ਕੁਝ ਰਾਜਨੀਤਿਕ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ। ਇੱਕ ਸੰਸਥਾਵਾਂ ਜਿਹੜੀਆਂ ਨੇ ਜਦੋਂ ਵਧੀਆ ਢੰਗ ਨਾਲ ਕੰਮ ਨਹੀਂ ਕਰ ਪਾਉਂਦੀਆਂ ਤੇ ਉਹਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਦਾ ਵਾ ਤੇ ਜਿਹੜਾ ਦੇਸ਼ ਹੈ ਉਹਦੀ ਇਸ ਦੇਸ਼ ਸਾਹਮਣੇ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਜਾਂਦਾ। ਫਿਰ ਇਹ ਸੰਸਥਾਵਾਂ ਦਾ ਜਦੋਂ ਰਾਜਨੀਤਿਕਕਰਨ ਹੋ ਜਾਂਦਾ ਤੇ ਫਿਰ ਦੇਸ਼ ਹੈ ਜਿਹੜਾ ਉਹਦੀ ਏਕਤਾ ਤੇ ਅਖੰਡਤਾ ਤੇ ਨਿਰਪੱਖਤਾ ਤੇ ਸ਼ੱਕ ਕਾਇਮ ਹੋ ਜਾਂਦਾ। ਗਰੀਬੀ ਤੇ ਬੇਰੁਜ਼ਗਾਰੀ ਇੱਕ ਅਜਿਹੀ ਸਮੱਸਿਆ ਹੈ ਜਿਹਨੇ ਸਾਡੇ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੂੰ ਤੇ ਲੋਕਤੰਤਰ ਨੂੰ ਬੜੀ ਢਾਹ ਲਾਈ ਹੈ। ਗਰੀਬੀ ਕਿਉਂਕਿ ਭਾਰਤ ਸ਼ੁਰੂ ਤੋਂ ਇੱਕ ਪਛੜਿਆ ਦੇਸ਼ ਰਿਹਾ ਵਾ, ਪਰ ਹੌਲੀ ਹੌਲੀ ਇਹ ਵਿਕਾਸ ਦੀਆਂ ਲੀਹਾਂ 'ਤੇ ਚੱਲਿਆ ਤੇ ਅੱਜ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹਦਾ ਨਾਂ ਹੈ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਪਰ ਫਿਰ ਵੀ ਸਾਰੀ
ਜਿਹੜੀ ਜਨਸੰਖਿਆ ਵਾ ਉਹਨੂੰ ਇੱਕ ਲੈਵਲ ਤੇ ਅਜੇ ਆਪਾਂ ਨਹੀਂ ਲਿਆ ਪਾਏ। ਅਜੇ ਵੀ 30% ਤੋਂ ਥੱਲੇ ਲੋਕ ਨੇ, ਜਿਹੜੇ 20 ਤੋਂ 30% ਲੋਕ ਨੇ ਜਿਹੜੇ ਉਹ ਬਿਲੋ ਪਾਵਰਟੀ ਲਾਈਨ, ਗਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਸਰ ਕਰਦੇ ਆ। ਭਾਵੇਂ ਹੈ ਵੀ ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਪ੍ਰੋਪਰਲੀ ਨਹੀਂ ਮਿਲ ਪਾਉਂਦੀ, ਉਹਨਾਂ ਦੀਆਂ ਬੇਸਿਕ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਇਹਦੇ ਨਾਲ ਹੀ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ ਜਿਹੜਾ, ਉਹਦੇ 'ਚ ਇੰਡੀਆ ਦਾ ਕਈ ਵਾਰ ਨੰਬਰ ਬੜਾ ਉੱਪਰ ਸੀ, ਪਰ ਅੱਜ ਦੀ ਡੇਟ 'ਚ 142ਵਾਂ ਅੰਕ ਆ ਗਿਆ। ਵੀ ਭਾਵੇਂ ਹੈ ਹਿਊਮਨ ਇੰਡੈਕਸ ਡਿਵੈਲਪਮੈਂਟ ਇੰਡੈਕਸ ਉਹ ਇੱਕ ਤਰਤੀਬ ਹੈ ਸਾਰੇ ਸੰਸਾਰ ਦੇ ਦੇਸ਼ਾਂ ਦੀ, ਜਿਹਦੇ 'ਚ ਦੇਸ਼ ਦੇ ਵਿਕਾਸ ਅਤੇ ਦੇਸ਼ ਦੇ ਨਾਗਰਿਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹੋਣ ਜਾਂ ਬੇਸਿਕ ਲੋੜਾਂ ਜਿਹੜੀਆਂ ਪੂਰਾ ਹੁੰਦੀਆਂ ਹੋਣ, ਤੇ ਉਸੇ ਆਧਾਰ ਤੇ ਦੇਸ਼ ਦੀ ਕੈਟਾਗਰੀ ਵਾਈਜ਼ ਬਣਾਇਆ ਜਾਂਦਾ। ਉੱਥੇ ਬਹੁਤ ਥੱਲੇ ਭਾਰਤ ਦਾ ਦਰਜਾ ਹੈਗਾ, 142ਵਾਂ ਦਰਜਾ। ਇਹਦਾ ਮਤਲਬ ਇਹ ਹੈ ਵੀ ਸਾਡੇ ਦੇਸ਼ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਇੰਨੀ ਹੈ ਵੀ ਅਜੇ ਲੋਕਾਂ ਦਾ ਜੀਵਨ ਪੱਧਰ ਉਨਾ ਉੱਚਾ ਨਹੀਂ ਹੈ। ਸੋ ਬੇਰੁਜ਼ਗਾਰੀ ਅਜਿਹੀ ਚੀਜ਼ ਹੈ ਕਿ ਲੋਕ ਪੜ੍ਹ ਲਿਖ ਕੇ ਉਹਨਾਂ ਕੋਲ ਕੰਮ ਨਹੀਂ ਹੈ, ਜੇ ਕੰਮ ਹੈਗਾ ਤੇ ਉਹਨਾਂ ਦੇ ਅਨੁਸਾਰ ਨਹੀਂ ਹੈ। ਇਹ ਛੁਪੀ ਬੇਰੁਜ਼ਗਾਰੀ ਹੈ। ਲੋਕੀ ਆਪਣੇ ਘੱਟ ਤੋਂ ਘੱਟ ਤਨਖਾਹ ਤੇ ਹੀ ਆਪਣਾ ਗੁਜ਼ਾਰਾ ਕਰਦੇ ਜਾ ਰਹੇ ਨੇ। ਬੇਰੁਜ਼ਗਾਰ ਵਿਅਕਤੀ ਜਿਹੜਾ ਉਹਦੇ 'ਚ ਤਣਾਅ ਪੈਦਾ ਹੁੰਦਾ ਹੈ ਤੇ ਉਹ ਅੱਗੇ ਜਾ ਕੇ ਰਾਜਨੀਤਿਕ ਅਸੰਤੋਸ਼ ਨੂੰ ਜਨਮ ਦਿੰਦਾ ਹੈ। ਇਸ ਤੋਂ ਇਲਾਵਾ ਜਿਹੜੀ ਰਾਜਨੀਤਿਕ ਸ਼ਕਤੀ ਹੈ, ਹੁਣ ਤੱਕ ਦੇਖਣ 'ਚ ਆਇਆ ਵੀ ਇਹਦੇ ਤੇ ਅਮੀਰ ਲੋਕਾਂ ਦਾ ਹੀ ਦਬਦਬਾ ਬਣਿਆ ਹੋਇਆ, ਪੂੰਜੀਪਤੀ ਲੋਕ ਹੀ, ਕਿਉਂਕਿ ਬਹੁਤ ਵੱਡੇ ਪੱਧਰ ਤੇ ਵੱਡੇ ਚੋਣ ਖੇਤਰ ਨੇ। ਸਾਰੇ ਚੋਣ ਖੇਤਰ 'ਚ ਪਹੁੰਚਣਾ ਬੜਾ ਮੁਸ਼ਕਿਲ ਹੈ। ਇੱਕ ਗਰੀਬ ਵਿਅਕਤੀ ਕਦੇ ਵੀ ਚੋਣ ਜਿੱਤਣ ਦੀ ਖੜਾ ਤੇ ਭਾਵੇਂ ਉਹ ਹੋ ਜਾਏ, ਪਰ ਚੋਣ ਜਿੱਤਣ ਦਾ ਉਹਦੇ ਕੋਲ ਸਾਜੋ ਸਮਾਨ ਨਹੀਂ ਹੁੰਦਾ, ਇੰਨਾ ਪੈਸਾ ਨਹੀਂ ਹੈ ਵੀ ਉਹ ਲੋਕਾਂ ਤੱਕ ਪਹੁੰਚ ਸਕੇ ਤੇ ਆਪਣੀ ਗੱਲ ਨੂੰ ਰੱਖ ਸਕੇ। ਸੋ ਇਸ ਕਰਕੇ ਇਹ ਅਮੀਰਾਂ ਦੀ ਖੇਡ ਬਣ ਚੁੱਕੀ ਹੈ ਜਿਹੜੀ ਰਾਜਨੀਤੀ ਹੈ। ਗਰੀਬ ਵਿਅਕਤੀ ਜਿਹੜਾ ਉਹ ਚੋਣ ਲੜ ਵੀ ਨਹੀਂ ਸਕਦਾ। ਬੇਰੁਜ਼ਗਾਰ ਵਿਅਕਤੀ ਜਿਹੜਾ ਉਹ ਆਪਣੇ ਜੀਵਨ ਦਾ ਵਿਕਾਸ ਨਹੀਂ ਕਰ ਸਕਦਾ, ਜਿਹਦੇ ਨਾਲ ਜੇ ਅਸੰਤੋਸ਼ ਪੈਦਾ ਹੁੰਦਾ ਤੇ ਸਾਡੇ ਦੇਸ਼ ਲਈ ਇੱਕ ਸਮੱਸਿਆ ਤੇ ਚੁਣੌਤੀ ਬਣੀ ਹੋਈ ਹੈ। ਸਮੱਸਿਆਵਾਂ ਤੇ ਚੁਣੌਤੀਆਂ ਵਿੱਚ ਲਾਸਟਲੀ ਆਪਾਂ ਗੱਲ ਕਰਾਂਗੇ ਮੀਡੀਆ ਦੀ ਨਕਾਰਾਤਮਕ ਭੂਮਿਕਾ। ਭਾਰਤ ਵਿੱਚ ਜਿਹੜਾ ਮੀਡੀਆ ਹੈ, ਪ੍ਰੈਸ ਜਿਹੜੀ ਹੈ, ਉਹਨੂੰ ਲੋਕਤੰਤਰ ਦਾ ਚੌਥਾ ਥੰਮ ਸਮਝਿਆ ਜਾਂਦਾ। ਪਰ ਜਿਹੜਾ ਪ੍ਰਿੰਟ ਮੀਡੀਆ ਤੇ ਕਿਸੇ ਹੱਦ ਤੱਕ ਠੀਕ ਹੈ, ਪਰ ਇਲੈਕਟ੍ਰੋਨਿਕਸ ਮੀਡੀਆ ਜਿਹੜਾ ਉਹ ਆਪਣੇ ਅੱਜ ਕੱਲ੍ਹ ਨਿਰਪੱਖ ਭੂਮਿਕਾ ਨਹੀਂ ਨਿਭਾ ਰਿਹਾ, ਜਿਹਦੇ ਕਰਕੇ ਲੋਕਤੰਤਰ ਨੂੰ ਢਾਹ ਲੱਗ ਰਹੀ ਹੈ। ਜਿਹੜਾ ਇਹਦੀ ਜਾਣਕਾਰੀ, ਨਿਰਪੱਖ ਜਾਣਕਾਰੀ ਆਮ ਜਨਤਾ ਤੱਕ ਨਹੀਂ ਪਹੁੰਚ ਰਹੀ, ਜਿਹਦੇ ਕਰਕੇ ਲੋਕ ਨੇ ਜਿਹੜੇ ਆਪਣੀ ਲੋਕੀ ਜਿਹੜੇ ਨੇ ਟੈਲੀਵਿਜ਼ਨ 'ਤੇ ਭਰੋਸਾ ਕਰਦੇ ਨੇ, ਤੇ ਟੈਲੀਵਿਜ਼ਨ ਦੇ ਜਿਹੜੇ ਬਹੁਤ ਜ਼ਿਆਦਾ ਨਿਊਜ਼ ਚੈਨਲ ਨੇ ਜਿਹੜੇ ਉਹਨਾਂ ਦੀ ਨਿਰਪੱਖਤਾ ਜਿਹੜੀ ਹੈ ਉਹ ਸ਼ੱਕ ਦੇ ਘੇਰੇ 'ਚ ਆ ਚੁੱਕੀ ਹੈ, ਤੇ ਬਹੁਤ ਜ਼ਿਆਦਾ ਫੇਕ ਨਿਊਜ਼ ਵੀ ਚਲਾਈਆਂ ਜਾਂਦੀਆਂ ਨੇ। ਇੰਜ ਲੱਗਦਾ ਜਿਵੇਂ ਪ੍ਰੈਸ ਰਿਪੋਰਟਰ ਨੇ ਜਿਹੜੇ ਉਹਨਾਂ ਕੋਲ ਪ੍ਰਸ਼ਨ ਪੁੱਛਣ ਦੀ ਕਲਾ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ। ਸਰਕਾਰ ਨੂੰ ਉਹ ਪ੍ਰਸ਼ਨ ਢੰਗ ਨਾਲ ਪੁੱਛ ਨਹੀਂ ਪਾਉਂਦੇ ਤੇ ਉਹਦੀ ਤਾਰੀਫ ਕਰਨ 'ਚ ਲੱਗੇ ਹੋਏ ਨੇ। ਸੋ ਇਸ ਕਰਕੇ ਜਿਹੜੀਆਂ ਇਹ ਸਮੱਸਿਆਵਾਂ ਨੇ, ਮੀਡੀਆ ਜਿਹੜਾ ਵਾ ਉਹ ਇੱਕ ਜਨਤਾ ਦੀ ਗੱਲ ਨੂੰ ਸਰਕਾਰ ਸਾਹਮਣੇ ਰੱਖਣ ਵਾਸਤੇ ਇੱਕ ਬਹੁਤ ਵਧੀਆ ਸਾਧਨ ਹੋਇਆ ਕਰਦਾ ਸੀ, ਪਰ ਕੁਝ ਇੱਕ ਵਿਕਾਊ ਪੱਤਰਕਾਰਾਂ ਕਰਕੇ ਜਾਂ ਮੀਡੀਆ ਕਰਮੀਆਂ ਕਰਕੇ ਬਾਕੀ ਸਾਰੇ ਜਿਹੜੇ ਮੀਡੀਆ ਕਰਮੀ ਨੇ ਉਹ ਬਦਨਾਮ ਹੋ ਚੁੱਕੇ ਨੇ, ਤੇ ਜਿਹਦੇ ਨਾਲ ਜਿਹੜਾ ਮੀਡੀਆ ਦੀ ਨਕਾਰਾਤਮਕ ਭੂਮਿਕਾ ਜਿਹੜੀ ਹੈ ਉਹ ਲੋਕਤੰਤਰ ਵਾਸਤੇ ਇੱਕ ਢਾਹ ਦਾ ਰੂਪ ਧਾਰਨ ਕਰ ਚੁੱਕੀ ਹੈ। ਅੰਤਰਰਾਸ਼ਟਰੀ ਪੱਧਰ ਤੇ ਵੀ ਭਾਰਤ ਦੇ ਮੀਡੀਆ ਦੀ ਬਹੁਤ ਬਦਨਾਮੀ ਹੋ ਰਹੀ ਹੈ। ਸੋ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੇ ਦੇਸ਼ ਦੀਆਂ, ਇਹ ਬਹੁਤ ਵੱਡੀਆਂ ਚੁਣੌਤੀਆਂ ਬਣ ਕੇ ਦੇਸ਼ ਸਾਹਮਣੇ ਆਈਆਂ ਹੋਈਆਂ ਨੇ। ਸੋ ਪਿਆਰੇ ਵਿਦਿਆਰਥੀਓ, ਇਹਦੇ ਨਾਲ ਹੀ ਆਪਣਾ ਇਹ ਟੌਪਿਕ ਸਮਾਪਤ ਹੁੰਦਾ ਹੈ ਤੇ ਨਾਲ ਹੀ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਜੇਕਰ ਦੇਸ਼ ਨੇ ਇਹ ਸਮੱਸਿਆਵਾਂ ਦਾ ਹੱਲ ਕਰਨਾ ਹੈ ਤੇ ਉਹਦੇ ਲਈ ਪੜ੍ਹੇ ਲਿਖੇ ਨਾਗਰਿਕ ਅੱਗੇ ਆਉਣ, ਭ੍ਰਿਸ਼ਟ ਨੇਤਾ ਜਿਹੜੇ ਨੇ ਉਹਨਾਂ ਨੂੰ ਹਰਾਇਆ ਜਾ ਸਕੇ, ਇਮਾਨਦਾਰ ਨਾਗਰਿਕ ਜਿਹੜੇ ਨੂੰ ਅੱਗੇ ਆਉਣ, ਲੋਕੀ ਜਿਹੜੇ ਨੇ ਸਮੱਸਿਆਵਾਂ ਨੂੰ ਸਮਝਣ, ਆਪਣੇ ਅਧਿਕਾਰਾਂ ਤੇ ਕਰਤੱਵਾਂ ਦੀ ਜਾਣਕਾਰੀ ਹੋਵੇ, ਇਹ ਮੀਡੀਆ ਨਿਰਪੱਖ ਹੋਵੇ, ਸੰਸਥਾਵਾਂ ਨਿਰਪੱਖ ਹੋ ਕੇ ਫੈਸਲੇ ਕਰਨ, ਤੇ ਜਿਹੜੀ ਦੇਸ਼ ਦੇ ਸਾਹਮਣੇ, ਲੋਕਤੰਤਰ ਸਾਹਮਣੇ ਜਿਹੜੀ ਸਮੱਸਿਆਵਾਂ ਨੇ ਉਹ ਖਤਮ ਹੋ ਸਕਦੀਆਂ। ਪਿਆਰੇ ਵਿਦਿਆਰਥੀਓ, ਮੇਰਾ ਨਾਮ ਅਸ਼ਵਨੀ ਕੁਮਾਰ ਹੈ, ਮੈਂ ਲੈਕਚਰਰ ਪੋਲੀਟੀਕਲ ਸਾਇੰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਵਰ ਗੁਰਦਾਸਪੁਰ ਤੋਂ ਹਾਂ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੈ, ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ, ਤੇ ਵਿਚਾਰ ਦੇ ਸਕਦੇ ਹੋ, ਕਮੈਂਟ ਵੀ ਕਰ ਸਕਦੇ ਹੋ, ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ, ਤੇ ਜਿਹੜਾ ਬੈਲ ਦਾ ਬਟਨ ਹੈ ਉਹ ਵੀ ਤੁਸੀਂ ਦਬਾ ਸਕਦੇ ਹੋ ਤਾਂ ਕਿ ਅਗਲੀ ਵੀਡੀਓ ਜਿਹੜੀ ਤੁਹਾਨੂੰ ਮਿਲ ਸਕੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।